डंडौत बंदन अनक बार, सर्ब कला समरथ। डोलन ते राखो प्रभु, नानक दे कर हथ। हे प्राणनाथ गोबिंद है, कृपा निधान जगत गुरु। हे संसार ताप हरण है, करना मैं सब दुख हरू। हे शरण जोग दयाल है, दीनानाथ माया करो। शरीर स्वस्थ खीन समय, सिमरंत नानक राम दामोदर माधव है। हम अंधुली ज्ञानहीन अज्ञानी, क्यों चल है मार्ग पंथा। हम अंधली को गुर अंजल तीजै, जन नानक चल है मिलंथा। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए हे, तेहा हाँ करी बख्यान। तेरे कवन कवन गुण कहे कहे गावा, तू साहिब गुणी निधाना। तुमरी महिमा वर्ण न सको, तू ठाकुर ऊच भगवाना। मत सुमत तेरे बस सुआमी, हम जंत तू परख जंतैनी। जन नानक की प्रभ करते स्वामी, ज्यों भावै तिवै बुलैनी। बेसुमार अथाह अगणित अतुलै, ज्यों बुलावहु त्यों नानक दास बोलै। ज्यों बुलावहु त्यों नानक दास बोलै। श्री वाहिगुरु साहिब जी। बसंत महला चौथा। रैन दिनस दोए सते पए, मन हर सिमरहु अंत सदा रख लए। रैन दिनस दोए सते पए, मन हर सिमरहु अंत सदा रख लए। हर हर चेत सदा
जी का खालसा, वाहिगुरु जी की फतेह। दसां पातशाहियां दी आत्मिक जोत, तख्त चबर छतर दे मालक, जुगो जुग अटल पतत पावन भगत वत्सल, करना निधान अंतरजामी, शब्द गुर पीरा गहर गंभीरा। धन धन साहिब श्री गुरु ग्रंथ साहिब जी महाराज, सतगुरां दी साची निवाजी परम सन्मान जोग, गुरु रूप खालसा साध संगत। सतगुरु महाराज जी की अपार किरपा सदका ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਗਰੀਬ ਨਿਵਾਜ ਸਤਿਗੁਰੂ ਸਾਹਿਬਾਂ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਪੰਜ ਬਾਣੀਆਂ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਚੌਥਾ। ਰੈਣ ਦਿਨਸ ਦੋਏ ਸਤੇ ਪਏ। ਸਾਧ ਸੰਗਤ ਬਸੰਤ ਰਾਗ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਵਿਰਾਗਮਈ ਉਪਦੇਸ਼ ਬਖਸ਼ ਰਹੇ ਹਨ। ਰੈਣ ਦਿਨਸ ਦੋਏ ਸੱਤੇ ਪਏ। ਸਤਿਗੁਰੂ ਬਚਨ ਕਰਦੇ ਨੇ ਭਾਈ, ਸੰਸਾਰ ਦੇ ਅੰਦਰ ਰੈਣ ਨਾਮ ਹੈ ਰਾਤ ਦਾ, ਦਿਨਸ ਨਾਮ ਹੈ ਦਿਨ ਦਾ। ਇਹ ਜੀਵ ਦੇ ਤਾਈਂ ਦੋ ਸੱਦੇ ਪਏ ਹੋਏ ਹਨ। ਜਿਵੇਂ ਕਿਸੇ ਮਨੁੱਖ ਨੂੰ ਬੁਲਾਉਣ ਵਾਸਤੇ ਸੱਦਾ ਭੇਜਿਆ ਜਾਂਦਾ ਹੈ, ਇਸ ਤਰ੍ਹਾਂ ਹੀ ਵਾਹਿਗੁਰੂ ਪਰਮਾਤਮਾ ਨੇ ਜੀਵ ਦੇ ਤਾਈਂ ਸਮਝਾਉਣ ਵਾਸਤੇ ਰੈਣ ਰਾਤ ਤੇ ਦਿਨ ਦੋਹੇ ਸਾਖੀ ਰੂਪ ਬਣਾਏ ਹੋਏ ਹਨ। ਦਿਨ ਦੇ ਸਮੇਂ ਜੀਵ ਕੰਮ ਧੰਦਿਆਂ ਨੂੰ ਕਰਦਿਆਂ ਸਮਾਂ ਬਤੀਤ ਕਰਦਾ ਹੈ, ਰਾਤ ਨੂੰ ਸੌਂ ਕਰਕੇ ਗੁਜ਼ਾਰ ਦਿੰਦਾ ਹੈ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਤਿਗੁਰੂ ਕਹਿੰਦੇ ਇਹ ਜੀਵ ਆਪਣਾ ਜੀਵਨ ਵਿਅਰਥ ਹੀ ਗਵਾ ਦਿੰਦਾ ਹੈ ਸੰਸਾਰ ਦੇ ਅੰਦਰ। ਰੈਣ ਗਈ ਦਿਨ ਵੀ ਜਾਏ, ਪਵਰ ਗਏ ਪੱਗ ਬੈਠੇ ਆਏ। ਦਿਨ ਦੇ ਸਮੇਂ ਜਿੰਨੇ ਵਿਵਹਾਰ ਕਰਦਾ ਹੈ, ਰਾਤ ਆਉਣ ਕਰਕੇ ਉਹ ਸਮਾਪਤ ਹੋ ਜਾਂਦੇ। ਔਰ ਰਾਤ ਦੇ ਸਮੇਂ ਜਿੰਨੇ ਕਰਮ ਕਰਦਾ ਹੈ, ਉਹ ਦਿਨ ਚੜ੍ਹਨ ਦੇ ਨਾਲ ਸਮਾਪਤ ਹੋ ਜਾਂਦੇ।
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਦੋਹੇ ਜੀਵ ਦੇ ਤਾਈਂ ਸੱਦੇ ਪਏ ਹੋਏ ਹਨ ਸੁਨੇਹੇ ਕਿ ਇਹ ਜੀਵ ਤੂੰ ਸੰਸਾਰ ਦੇ ਅੰਦਰ ਸਦਾ ਵਾਸਤੇ ਨਹੀਂ ਰਹਿਣਾ। ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਤੈਨੂੰ ਇਹ ਸੰਸਾਰ ਦੇ ਅੰਦਰ ਇੱਕ ਰਹਿਣ ਵਾਸਤੇ ਸਮਾਂ ਦਿੱਤਾ ਹੋਇਆ ਹੈ, ਜੋ ਦਿਨ ਰਾਤ ਕਰਕੇ ਬਤੀਤ ਹੋ ਰਿਹਾ ਹੈ, ਜਾ ਰਿਹਾ ਹੈ, ਤੇ ਜੋ ਤੂੰ ਸੰਸਾਰ ਦੇ ਅੰਦਰ ਵਿਚਰ ਕਰਕੇ ਕਰਮ ਕਰਦਾ ਹੈ, ਭਾਵੇਂ ਉਹ ਰਾਤ ਦੇ ਸਮੇਂ ਹੈ ਤੇ ਭਾਵੇਂ ਉਹ ਦਿਨ ਦੇ ਸਮੇਂ, ਉਹ ਸਾਰੇ ਕਰਮ ਤੈਨੂੰ ਦੱਸ ਰਹੇ ਨੇ। ਜਿੱਥੇ ਮਹਾਰਾਜ ਕਹਿੰਦੇ ਰਬ ਦਿਨ ਰਬ ਚੱਲੈ ਨਿਸ ਸੱਸ ਚੱਲੈ ਤਾਰਕਾ ਲੱਖ ਪਲੈ। ਦਿਨ ਦਾ ਸਮੇਂ ਜੋ ਸੂਰਜ ਹੈ ਉਹ ਵੀ ਚਲੇ ਜਾਣ ਵਾਲਾ ਹੈ, ਰਾਤ ਦੇ ਸਮੇਂ ਚੰਦਰਮਾ ਉਹ ਵੀ ਚਲੇ ਜਾਣ ਵਾਲਾ ਹੈ। ਇਸ ਤਰ੍ਹਾਂ ਇਹ ਦੋਹੇ ਜੀਵ ਦੇ ਤਾਈਂ ਸੱਦੇ ਸੁਨੇਹੇ ਪਏ ਹੋਏ ਹਨ ਸੁਚੇਤ ਕਰਨ ਵਾਸਤੇ, ਔਰ ਜੀਵ ਨੂੰ ਸਮਝਾ ਰਹੇ ਹਨ ਕਿ ਇਸ ਸੰਸਾਰ ਦੇ ਵਿੱਚ ਕੋਈ ਵੀ ਸਥਿਰ ਨਹੀਂ ਹੈ। ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗਈ ਜੋ ਕਾਗਦ ਬੂੰਦਾਰ। ਇਹ ਸੰਸਾਰ ਵਾਹਿਗੁਰੂ ਪ੍ਰਮਾਤਮਾ ਨੇ ਇੱਕ ਮ੍ਰਿਤ ਮੰਡਲ ਸਾਜਣਾ ਕੀਤਾ ਹੈ। ਜਿਵੇਂ ਰੇਤੇ ਦਾ ਘਰ ਬਣਿਆ ਹੋਵੇ, ਉਹ ਹੌਲੀ ਹੌਲੀ ਕਿਰ ਜਾਂਦਾ ਹੈ, ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਇਹ ਸੰਸਾਰ ਹੈ। ਬਿਨਸਤ ਬਾਰ ਨਾ ਲੱਗਈ ਜੋ ਕਾਗਦ ਬੂੰਦਾਰ, ਜਿਵੇਂ ਕਾਗਜ਼ ਦੇ ਉੱਪਰ ਕੋਈ ਪਾਣੀ ਦੀ ਬੂੰਦ ਪੈ ਜਾਵੇ ਤਾਂ ਉਹ ਛੇਤੀ ਹੀ ਗਲ ਜਾਂਦਾ ਹੈ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਕੁਝ ਵੀ ਨਾਸ ਹੁੰਦਿਆਂ ਸਮਾਂ ਨਹੀਂ ਲੱਗਦਾ। ਸੁਣ ਮੇਰੀ ਮਨਸਾ ਮਨੈ ਮਾਹੀ, ਹੇ ਮੇਰੀ ਮਨਸਾ ਇਸ ਗੱਲ ਨੂੰ ਸੁਣ ਔਰ ਮਨ ਦੇ ਵਿੱਚ ਦੇਖ ਵਿਚਾਰ। ਸੁਣ ਮੇਰੀ ਮਨਸਾ ਮਨੈ ਮਾਹੇ, ਸੁਣ ਦੇਖ ਵਿਚਾਰ, ਇਸ ਗੱਲ ਦੀ ਵਿਚਾਰ ਕਰ ਪਈ। ਸਿੱਧ ਸਾਧਕ ਗਿਰਹੀ ਜੋਗੀ, ਛੱਡ ਗਏ ਘਰ ਬਾਰ। ਸੰਸਾਰ ਵਿੱਚ ਭਾਵੇਂ ਕੋਈ ਬੜੇ ਸਿੱਧ ਤਾਕਤਾਂ ਵਾਲੇ ਕਰਾਮਾਤਾਂ ਵਾਲੇ ਮਹਾਨ ਪੁਰਖ ਵੀ ਆਏ, ਕਈ ਸਾਧਨਾ ਕਰਨ ਵਾਲੇ ਸਾਧਕ ਵੀ ਆਏ, ਜੋਗੀ ਸਮਾਧੀਆਂ ਲਾਉਣ ਵਾਲੇ ਲੰਬੀਆਂ ਉਮਰਾਂ ਵਾਲੇ ਵੀ ਆਏ, ਗ੍ਰਸਤੀ ਵੀ ਆਏ, ਪਰ ਛੱਡ ਗਏ ਘਰ ਬਾਰ। ਉਹ ਸਾਰੇ ਹੀ ਇੱਕ ਦਿਨ ਆਪਣੇ ਇਸ ਸੰਸਾਰ ਰੂਪ ਘਰ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ। ਸਤਿਗੁਰੂ ਕਹਿੰਦੇ ਇਹ ਸਾਨੂੰ ਦਿਨ ਤੇ ਰਾਤ ਸਮਝਾ ਰਹੇ ਨੇ। ਮਨ ਗੁਰ ਮਿਲ ਕਾਜ ਸਵਾਰੇ, ਔਦ ਘਟੈ ਦਿਨ ਸਰੈ ਨਾਰੇ। ਕਿ ਤੇਰੀ ਦਿਨ ਰਾਤ ਕਰਕੇ ਉਮਰ ਘਟਦੀ ਜਾ ਰਹੀ ਹੈ ਤੇ ਤੂੰ ਗੁਰੂ ਦੇ ਨਾਲ ਮਿਲ ਕੇ ਆਪਣਾ ਕਾਰਜ ਸਵਾਰ ਲੈ। ਆਪਣਾ ਜਿਹੜਾ ਜੀਵਨ ਹੈ ਇਸ ਨੂੰ ਉੱਚਾ ਕਰ ਲੈ। ਨਾਮ ਬਾਣੀ ਨਾਲ ਜੁੜ ਕੇ ਗੁਰੂ ਦਾ ਪਿਆਰ, ਗੁਰੂ ਦਾ ਭੈ ਹਿਰਦੇ ਵਿੱਚ ਪੈਦਾ ਕਰ ਲੈ ਭਾਈ।
नहीं ਤਾਂ ਸੰਸਾਰ ਦੇ ਅੰਦਰ ਜੀਵ ਮਾਇਆ ਵਿੱਚ ਲੱਗ ਕੇ ਜੀਵਨ ਬਤੀਤ ਕਰ ਦਿੰਦਾ ਹੈ, ਪਰ ਉਸ ਨੂੰ ਇਸ ਸੰਸਾਰ ਦੇ ਵਿੱਚ ਗਿਆਨ ਪ੍ਰਾਪਤ ਨਹੀਂ ਹੁੰਦਾ, ਕੁਝ ਲੱਭਦਾ ਨਹੀਂ ਹੈ। ਰੈਨ ਦਿਨ ਸਦੋਏ ਸੱਦੇ ਪਏ। ਮਹਾਰਾਜ ਕਹਿੰਦੇ ਭਾਈ ਇਹ ਦਿਨ ਤੇ ਰਾਤ ਜੀਵ ਦੇ ਤਾਈਂ ਦੋ ਸੱਦੇ ਪਏ ਹੋਏ ਨੇ। ਕਈਆਂ ਨੇ ਦਿਨ ਦੇ ਸਮੇਂ ਚਲੇ ਜਾਣਾ ਤੇ ਕਈਆਂ ਨੇ ਰਾਤ ਦੇ ਸਮੇਂ ਇਸ ਦੁਨੀਆ ਤੋਂ ਚਲੇ ਜਾਣਾ ਹੈ। ਹੇ ਮਨ, ਤੂੰ ਹਰੀ ਪਰਮਾਤਮਾ ਨੂੰ ਸਿਮਰ ਪਾਈ, ਉਹਦੀ ਯਾਦ ਦੇ ਵਿੱਚ ਜੁੜ, ਅੰਤ ਸਦਾ ਰੱਖ ਲਈ। ਅੰਤ ਦੇ ਸਮੇਂ ਸਦਾ ਹੀ ਉਹ ਪਰਮਾਤਮਾ ਜੀਵਾਂ ਦੇ ਤਾਈਂ ਰੱਖ ਲੈਂਦਾ ਹੈ। ਜਿਹੜੇ ਨਾਮ ਜਪਦੇ ਨੇ ਨਾ, ਉਹਨਾਂ ਨੂੰ ਪਰਮਾਤਮਾ ਆਪਣੇ ਜਾਣ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਕਿਵੇਂ? ਜਦੋਂ ਜੀਵ ਦਾ ਸਰੀਰ ਛੁੱਟਦਾ ਸਾਧ ਸੰਗਤ, ਜਿਹੋ ਜਿਹੀ ਮਨ ਦੇ ਵਿੱਚ ਵਾਸ਼ਨਾ ਹੋਵੇ ਉਹੋ ਜਿਹੇ ਪਾਸੇ ਇਹ ਧੱਕਿਆ ਜਾਂਦਾ ਹੈ, ਉਧਰਲੇ ਪਾਸੇ ਇਸ ਨੂੰ ਸੁੱਟਿਆ ਜਾਂਦਾ ਹੈ। ਜਿਹੋ ਜਿਹੀ ਮਨ ਵਿੱਚ ਵਾਸਨਾ ਹੋਵੇ, ਜਦੋਂ ਜੀਵ ਦੇ ਅੰਤ ਦਾ ਸਮਾਂ ਆਉਂਦਾ ਹੈ, ਜਾਂ ਕਹਿ ਲਈਏ ਜਦੋਂ ਜੀਵ ਸੰਸਾਰ ਤੋਂ ਜਾਂਦਾ ਹੈ ਤੇ ਪਰਲੋਕ ਵਿੱਚ ਬਹੁਤ ਦੁੱਖ ਮਿਲਦੇ ਨੇ, ਇਹਦੇ ਕਰਮਾਂ ਨੂੰ ਵਾਚਿਆ ਜਾਂਦਾ ਹੈ, ਫਰੋਲਿਆ ਜਾਂਦਾ ਹੈ। ਪਰ ਜਿਨ੍ਹਾਂ ਨੇ ਗੁਰੂ ਨਾਲ ਜੁੜਨਾ ਕੀਤਾ ਹੈ, ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਣਾ ਕੀਤਾ ਹੈ, ਉਹਨਾਂ ਦੀ ਪਰਮਾਤਮਾ ਰੱਖਿਆ ਕਰਦਾ ਹੈ। ਉਹਨਾਂ ਦੀ ਮੱਤ ਸੁਚੇਤ ਰਹਿੰਦੀ ਹੈ। ਜਿੱਥੇ ਮਹਾਰਾਜ ਕਹਿੰਦੇ ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਜਿਉਂਦਿਆਂ ਜੀ ਆਪਣੇ ਮਾਲਕ ਪਰਮਾਤਮਾ ਨੂੰ ਯਾਦ ਕਰਦੇ ਰਹੇ, ਔਰ ਜਦੋਂ ਸੰਸਾਰ ਤੋਂ ਜਾਣ ਲੱਗੇ ਆਪਣੇ ਹਿਰਦੇ 'ਚ ਉਸ ਪਰਮਾਤਮਾ ਨੂੰ ਵਸਾ ਲੈਣਾ ਕੀਤਾ। ਗੱਗਾ ਗੋਬਿੰਦ ਗੁਣ ਰਵਹੁ, ਸਾਸ ਸਾਸ ਜਪ ਨੀਤ। ਤਾਹਾ ਵਿਸਾਸਾ ਦੇਹ ਕਾ ਬਿਲਬ ਨਾ ਕਰਹੁ ਮੀਤ। ਮਹਾਰਾਜ ਕਹਿੰਦੇ ਹੇ ਬੰਦੇ, ਤੂੰ ਪਰਮਾਤਮਾ ਦੇ ਗੁਣ ਗਾਇਆ ਕਰ। ਇਸ ਸਰੀਰ ਦਾ ਕੋਈ ਵਿਸਾਹ ਨਹੀਂ ਹੈ। ਤੂੰ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ, ਨਾ ਹੀ ਇੱਥੇ ਕੋਈ ਬੱਚਾ, ਨਾ ਹੀ ਕੋਈ ਜਵਾਨ ਤੇ ਨਾ ਹੀ ਕੋਈ ਬਜ਼ੁਰਗ, ਕੋਈ ਟਿਕਿਆ ਨਹੀਂ ਰਹਿ ਸਕਦਾ। ਜਿਹੜਾ ਕਾਲ ਹੈ, ਬਾਲੇ ਬੂਢੇ ਤਰਨੇ ਭਈਆ, ਸਭ ਹੋ ਜਮ ਲੈ ਜਈ ਹੈ। ਸਾਰਿਆਂ ਦੇ ਤਾਈਂ ਸੰਸਾਰ ਤੋਂ ਲਿਜਾਣ ਵਾਲਾ ਹੈ। ਆਪਣੇ ਮਨ ਨੂੰ ਸਮਝਾ ਮਨਾ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮਕਾਲ। ਉਸ ਵੇਲੇ ਨੂੰ ਕੌਣ ਸਮਝ ਸਕਦਾ ਹੈ? ਨਾ ਹੀ ਕਿਸੇ ਨੇ ਪਹਿਲਾਂ ਦੇਖੇ ਹੈ। ਉਹ ਤਾਂ ਜਦੋਂ ਜੀਵ 'ਤੇ ਸਮਾਂ ਆ ਜਾਂਦਾ ਹੈ ਤਾਂ ਇੱਥੇ ਕੋਈ ਟਿਕਣਾ ਨਹੀਂ ਪਾਉਂਦਾ। ਇਸ ਲਈ ਮਹਾਰਾਜ ਕਹਿੰਦੇ ਸਦਾ ਉਸ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ। ਜਬ ਲਗ ਜੋਬਨ ਸਾਸ ਹੈ, ਤਬ ਲਗ ਨਾਮ ਧਿਆਏ। ਚਲਦਿਆਂ ਨਾਲ ਹਰ ਚਲ ਸੀ, ਅੰਤੇ ਲਈ ਛਡਾਏ। ਜਿੰਨਾ ਸਮਾਂ ਤੇਰੇ ਕੋਲ ਉਮਰ ਹੈ, ਭਾਵੇਂ 100 ਸਾਲ ਹੋਵੇ, ਭਾਵੇਂ ਇਹਦੇ ਤੋਂ ਵੱਧ ਵੀ,
ਪਰ ਮਹਾਰਾਜ ਕਹਿੰਦੇ ਤੂੰ ਉਸ ਵਾਹਿਗੁਰੂ ਨੂੰ ਜਪ, ਉਹਦੇ ਸਿਮਰਨ ਵਿੱਚ ਤਿਆਰ ਬਰ ਤਿਆਰ ਰਹਿ, ਹਰ ਸਮੇਂ ਉਹਦੇ ਨਾਲ ਜੁੜਿਆ ਰਹਿ। ਜਦੋਂ ਤੂੰ ਸੰਸਾਰ ਤੋਂ ਜਾਣ ਲੱਗਿਆ, ਤੇਰੇ ਨਾਲ ਉਹ ਪਰਮਾਤਮਾ ਮਿੱਤਰ ਬਣ ਕੇ ਸਹਾਇਤਾ ਕਰੇਗਾ, ਸੱਜਣ ਬਣ ਕੇ ਸਹਾਇਤਾ ਕਰੇਗਾ, ਔਰ ਅੰਤ ਦੇ ਸਮੇਂ ਤੈਨੂੰ ਛੁਡਾ ਲਵੇਗਾ। ਦੇਖੋ, ਵਾਹਿਗੁਰੂ ਦਾ ਨਾਮ ਪਰਮਾਤਮਾ ਦੀ ਬੰਦਗੀ, ਪਰਲੋਕ ਵਿੱਚ ਤਾਂ ਜੀਵ ਦੀ ਸਹਾਇਤਾ ਕਰਦੀ ਹੈ, ਪਰ ਇੱਥੇ ਸੰਸਾਰ ਵਿੱਚ ਵੀ ਸਾਧ ਸੰਗਤ ਜਿਹੜੇ ਮਹਾਂਪੁਰਖ ਨਾਮ ਜਪਦੇ ਨੇ ਨਾ, ਉਹ ਸੁਖੀ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਚਿੰਤਾ ਮਿਟ ਜਾਂਦੀ ਹੈ, ਉਹਨਾਂ ਦੇ ਅੰਦਰ ਵਿਕਾਰ ਖਤਮ ਹੋ ਜਾਂਦੇ ਨੇ, ਉਹਨਾਂ ਦੇ ਮਨ ਦੇ ਵਿੱਚ ਸਦਾ ਰਹਿਣ ਵਾਲਾ ਸੁੱਖ ਆ ਕੇ ਵਸ ਜਾਂਦਾ ਹੈ। ਜਿੱਥੇ ਅਸੀਂ ਮਾਇਆ ਦੀ ਭੁੱਖ ਰੱਖਦੇ ਹਾਂ, ਦੁਨੀਆ ਦੇ ਸੁੱਖਾਂ ਨੂੰ ਲੋਚਦੇ ਹਾਂ, ਉੱਥੇ ਉਹ ਪ੍ਰਭੂ ਦੇ ਪਿਆਰੇ ਸਦਾ ਪਰਮਾਤਮਾ ਦੇ ਨਾਮ ਦੀ ਭੁੱਖ ਰੱਖਦੇ ਨੇ। ਸਦਾ ਵਾਹਿਗੁਰੂ ਨੂੰ ਪ੍ਰਾਪਤ ਕਰਨਾ, ਵਾਹਿਗੁਰੂ ਦੇ ਦਰਸ਼ਨ ਕਰਨਾ ਹੀ ਉਹਨਾਂ ਦਾ ਜੀਵਨ ਹੁੰਦਾ ਹੈ। ਪਰ ਮਨੁੱਖ ਨਹੀਂ ਜਾਣਦਾ। ਸਤਿਗੁਰੂ ਬਚਨ ਕਰਦੇ ਨੇ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਇਹ ਜੀਵ ਆਪਣੀ ਉਮਰ ਵਹਿੰਦੀ ਜਾਂਦੀ, ਉਸ ਵੱਲ ਕੋਈ ਨਿਗਾਹ ਨਹੀਂ ਰੱਖਦਾ। ਮਿਥਿਆ ਮੋਹ ਬੰਧੇ ਨਿਤ ਪਾਰਚ। ਜਿਹੜੇ ਸੰਸਾਰ ਦੇ ਪਦਾਰਥ ਮਿਥਿਆ ਨੇ, ਮਿਥਿਆ ਤੋਂ ਭਾਵ ਜਿਹੜੇ ਇਹਦਾ ਸਦਾ ਸਾਥ ਨਹੀਂ ਦੇ ਸਕਦੇ, ਉਹਨਾਂ ਦੇ ਮੋਹ ਵਿੱਚ ਪੈ ਕੇ ਪਰਚਿਆ ਰਹਿੰਦਾ ਹੈ ਜੀਵ। ਮਾਧਵੇ ਭਜ ਤਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰ। ਸਤਿਗੁਰੂ ਕਹਿੰਦੇ, ਹੇ ਭਾਈ, ਤੂੰ ਸਦਾ ਜੋ ਪਰਮਾਤਮਾ ਮਾਇਆ ਦਾ ਪਤੀ ਹੈ, ਮਾਧਵੇ ਕਹਿੰਦੇ ਨੇ ਮਾਇਆ ਦੇ ਪਤੀ ਨੂੰ, ਪਰਮਾਤਮਾ ਨੂੰ, ਉਸ ਨੂੰ ਯਾਦ ਕਰਿਆ ਕਰ। ਉਸ ਵਾਹਿਗੁਰੂ ਦੇ ਗੁਣ ਗਾਇਆ ਕਰ। ਕੀ ਹੋਵੇਗਾ? ਜਨਮ ਪਦਾਰਥ ਜੀਤ। ਇਸ ਆਪਣੇ ਜਨਮ ਨੂੰ, ਮਨੁੱਖਾ ਜਨਮ ਨੂੰ ਜਿੱਤ ਲਵੇਗਾ। ਜਿਹੜਾ ਇਹ ਇੱਕ ਤੈਨੂੰ ਪਦਾਰਥ ਮਿਲਿਆ ਹੈ ਨਾ, ਮਨੁੱਖਾ ਜਨਮ ਰੂਪ ਪਦਾਰਥ, ਇਸ ਨੂੰ ਜਿੱਤ ਲਵੇਗਾ। ਕਿਵੇਂ? ਹਰ ਸਰਣੀ। ਜਦੋਂ ਤੂੰ ਪਰਮਾਤਮਾ ਦੀ ਸ਼ਰਨ ਵਿੱਚ ਰਹਿਣਾ ਸਿੱਖ ਲਿਆ, ਵਾਹਿਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਤੇਰਾ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਆ ਕੇ ਸਮਾ ਗਿਆ, ਉੱਥੇ ਟਿਕ ਗਿਆ। ਇਹ ਹੈ ਨਾ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸੰਗਤ ਕਰਦੇ ਹਾਂ, ਕੀਰਤਨ ਸੁਣਦੇ ਹਾਂ ਤੇ ਮਨ ਟਿਕ ਜਾਵੇ, ਮਨ ਦੇ ਅੰਦਰ ਆਨੰਦ ਬਣ ਜੇ, ਇਸ ਨੂੰ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਪ੍ਰਾਪਤ ਹੋ ਜਾਂਦਾ ਹੈ। ਵਾਹਿਗੁਰੂ ਦੇ ਚਰਨਾਂ ਵਿੱਚ ਸਦਾ ਟਿਕਾਅ ਹੈ, ਆਨੰਦ ਹੈ। ਪਰ ਇਹ ਓਨਾ ਸਮਾਂ ਹੀ ਉੱਥੇ ਰਹਿੰਦਾ ਜਿੰਨਾ ਸਮਾਂ ਪਰਮਾਤਮਾ ਦੀ ਸਿਫਤ ਕਰਦਾ ਹੈ, ਫਿਰ ਆਪਣੇ ਕੰਮਾਂ ਧੰਦਿਆਂ ਵਿੱਚ ਉੱਠ ਆਉਂਦਾ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ, ਜਿਹੜੇ ਗੁਰਮੁਖ ਹਨ ਉਹ ਸਦਾ ਵਾਹਿਗੁਰੂ ਦੇ ਚਰਨਾਂ ਵਿੱਚ ਸਮਾਏ ਰਹਿੰਦੇ, ਉਹਨਾਂ ਦਾ ਮਨ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਤੇ ਆਪਣੇ ਜਨਮ ਨੂੰ ਜਿੱਤ ਰਹਿੰਦੇ। ਮਨ ਹਰ ਸਿਮਰਹੁ ਅੰਤ ਸਦਾ ਰੱਖ ਲਈ। ਹੇ ਮਨ, ਹਰੀ ਵਾਹਿਗੁਰੂ ਪਰਮਾਤਮਾ ਨੂੰ ਸਿਮਰਿਆ ਕਰ,
ਉਹ ਵਾਹਿਗੁਰੂ ਮਾਲਕ ਅੰਤ ਦੇ ਸਮੇਂ ਤੇਰੀ ਰੱਖਿਆ ਕਰੇਗਾ, ਤੈਨੂੰ ਹਰ ਵਿਪਤਾ ਦੇ ਵਿੱਚੋਂ, ਦੁੱਖ ਦੇ ਵਿੱਚੋਂ ਰੱਖ ਲਏਗਾ। ਹਰ ਹਰ ਚੇਤ ਸਦਾ ਮਨ ਮੇਰੇ, ਹੇ ਮੇਰੇ ਮਨ, ਸਦਾ ਵਾਸਤੇ ਹਰੀ ਪਰਮਾਤਮਾ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਉਸ ਨੂੰ ਚੇਤੇ ਕਰ। ਚੇਤ ਗੋਬਿੰਦ ਅਰਾਧੀਐ, ਹੋਵੈ ਆਨੰਦ ਘਣਾ, ਸੰਤ ਜਨਾਂ ਮਿਲ ਪਾਈਐ, ਰਸਨਾ ਨਾਮ ਪੜ। ਜਿੱਥੇ ਮਹਾਰਾਜ ਕਹਿੰਦੇ ਜੇ ਤੂੰ ਆਨੰਦ ਦੀ ਪ੍ਰਾਪਤੀ ਕਰਨੀ ਹੈ ਤਾਂ ਉਸ ਪਰਮਾਤਮਾ ਨੂੰ ਚੇਤੇ ਕਰ। ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਨੀ। ਉਹ ਵਾਹਿਗੁਰੂ ਪਰਮਾਤਮਾ ਸੱਚਾ ਮਾਲਕ ਹੈ, ਉਸ ਨੂੰ ਚੇਤੇ ਕਰ। ਇਸ ਤਰ੍ਹਾਂ ਸਦਾ ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾ, ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ ਕਰ। ਜਿਹੜੇ ਗੁਰਮੁਖ ਹਨ ਉਹਨਾਂ ਨੇ ਗੁਰਮਤਿ ਧਾਰਨ ਕਰਕੇ ਪ੍ਰਭੂ ਪਰਮਾਤਮਾ ਜੀ ਦੇ ਗੁਣ ਗਾਏ ਨੇ। ਗੁਣ ਗਾਉਂਦਿਆਂ ਕੀ ਹੋਇਆ ਕਿ ਜਿਹੜਾ ਪਰਮਾਤਮਾ ਸਾਰੇ ਆਲਸਾਂ ਨੂੰ, ਦਲਿੱਦਰਾਂ ਨੂੰ ਨਾਸ ਕਰਨ ਵਾਲਾ ਹੈ, ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦੇ ਤਾਈਂ ਉਹਨਾਂ ਨੇ ਪਾ ਲੈਣਾ ਕੀਤਾ, ਪ੍ਰਾਪਤ ਕਰ ਲਿਆ। ਦੇਖੋ ਜੀਵ ਪਰਮਾਤਮਾ ਦੀ ਬੰਦਗੀ ਕਰਨ ਵੱਲੋਂ ਆਲਸ ਕਰਦਾ ਹੈ। ਨਾਮ ਜਪਣਾ ਹੋਵੇ ਤਾਂ ਸਾਧ ਸੰਗਤ ਇਹ ਕਹਿੰਦਾ ਮੇਰੇ ਕੋਲ ਸਮਾਂ ਨਹੀਂ, ਨਾਮ ਜਪਣ ਵਾਸਤੇ ਸਮਾਂ ਨਹੀਂ। ਪਰ ਜੇ ਕੋਈ ਮਾੜਾ ਕਰਮ ਕਰਨਾ ਹੋਵੇ ਤਾਂ ਫਿਰ ਇਹ ਕਹਿੰਦਾ ਮੇਰੇ ਕੋਲ ਸਮਾਂ ਹੈ। ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਦੇ ਸਮੇਂ ਇਹ ਸੌਂ ਕਰਕੇ, ਵਿਕਾਰਾਂ ਵਿੱਚ ਲੱਗ ਕਰਕੇ ਜਿਹੜਾ ਪਰਮਾਤਮਾ ਨੇ ਸਾਨੂੰ ਨਾਮ ਜਪਣ ਦਾ ਸਮਾਂ ਦਿੱਤਾ ਹੈ ਉਹਨੂੰ ਗਵਾ ਦਿੰਦਾ ਹੈ। ਪਰ ਇਸ ਆਲਸ ਨੂੰ ਨਾਸ ਕਰਨ ਵਾਲਾ ਪਰਮਾਤਮਾ ਹੈ। ਆਲਸ ਕੀ ਹੈ ਸਾਨੂੰ? ਜਿਵੇਂ ਕੋਈ ਮਨੁੱਖ ਸੌਂ ਜਾਵੇ, ਅਸੀਂ ਕਹਿੰਦੇ ਹਾਂ ਇਹਨੂੰ ਆਲਸ ਆ ਗਿਆ। ਮਹਾਰਾਜ ਕਹਿੰਦੇ ਜੀਵ ਸੁੱਤਾ ਪਿਆ ਹੈ, ਨੇਤਰ ਸੁੱਤੇ ਪਏ ਨੇ, ਨੈਣੀ ਨੀਂਦ ਪਰ ਦ੍ਰਿਸ਼ਟ ਵਿਕਾਰ। ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹੈ। ਅੱਖਾਂ ਸੁੱਤੀਆਂ ਪਈਆਂ ਨੇ, ਇਹਨਾਂ ਅੱਖਾਂ ਨੇ ਪਰਮਾਤਮਾ ਨੂੰ ਦੇਖਣਾ ਸੀ, ਪਰ ਇਹ ਤਾਂ ਪਰਾਈ ਦ੍ਰਿਸ਼ਟੀ, ਪਰ ਧਨ, ਪਰ ਤਨ, ਪਰ ਦੀ ਨਿੰਦਾ, ਇਸ ਨੂੰ ਦੇਖਣ ਵਿੱਚ ਸੁੱਤੀਆਂ ਪਈਆਂ। ਇਹ ਨੀਂਦ ਆਈ ਹੋਈ ਹੈ। ਪਰਾਇਆ ਧਨ, ਪਰਾਇਆ ਤਨ ਚੰਗਾ ਲੱਗਦਾ ਹੈ। ਕੰਨ ਸੁੱਤੇ ਪਏ ਨੇ ਨਿੰਦਿਆ ਨੂੰ ਸੁਣ ਕੇ, ਚੁਗਲੀਆਂ ਨੂੰ ਸੁਣ ਕੇ। ਇਹ ਸੱਚ ਨਹੀਂ ਸੁਣਨਾ ਚਾਹੁੰਦੇ, ਸੱਚ ਸੁਣਨ ਤੋਂ ਆਲਸ ਕਰਦੇ ਨੇ, ਬੰਦ ਪਏ ਨੇ, ਤੇ ਝੂਠ ਨਿੰਦਿਆ ਚੁਗਲੀ ਸੁਣਨ ਵਾਸਤੇ ਇਹ ਖੁੱਲੇ ਨੇ। ਇਸ ਤਰ੍ਹਾਂ ਹੀ ਰਸਨਾ ਸਵਾਦਾਂ ਵਿੱਚ ਸੁੱਤੀ ਪਈ ਹੈ। ਮਨ ਜਿਹੜਾ ਹੈ ਮਾਇਆ ਦੀ ਬਿਸਮਾਦਤਾ ਦੇ ਵਿੱਚ
ਮਾਇਆ ਦੇ ਕੌਤਕਾਂ ਨੂੰ ਦੇਖਣ ਵਾਸਤੇ, ਸੁੱਖਾਂ ਨੂੰ ਲੈਣ ਵਾਸਤੇ ਸੁੱਤਾ ਪਿਆ। ਇਸ ਸਰੀਰ ਰੂਪ ਘਰ ਦੇ ਵਿੱਚ ਕੋਈ ਵੀ ਜਾਗਦਾ ਨਹੀਂ ਹੈ ਜਿਹੜਾ ਸਾਨੂੰ ਸੁਚੇਤ ਕਰ ਸਕੇ। ਸਾਬਤ ਵਸਤ ਉਹ ਆਪਣੀ ਲਹੈ, ਤਾਂ ਮਹਾਰਾਜ ਕਹਿੰਦੇ ਉਹ ਆਪਣੀ ਵਸਤੂ ਸਾਬਤ ਲੈ ਲੈਣ। ਆਪਣੀ ਜਿਹੜੀ ਸ਼ਰਧਾ ਰੂਪ ਵਸਤੂ ਹੈ ਨਾ, ਉਹਨੂੰ ਸਾਬਤ ਰੱਖ ਲੈਣ। ਸਾਡੇ ਅੰਦਰ ਜਿਹੜੀ ਸ਼ਰਧਾ ਹੁੰਦੀ ਹੈ, ਗੁਣ ਹੁੰਦੇ ਨੇ, ਵਿਕਾਰ ਉਸ ਨੂੰ ਖਤਮ ਕਰ ਦਿੰਦੇ ਨੇ। ਪਰ ਜੇ ਅੱਖਾਂ ਜਾਗ ਪੈਣ, ਗੁਰੂ ਪਿਆਰਿਆਂ ਦੇ, ਪ੍ਰਭੂ ਪਿਆਰਿਆਂ ਦੇ ਦਰਸ਼ਨ ਕਰਨ, ਸੰਗਤ ਦੇ ਦਰਸ਼ਨ ਕਰਨ, ਗੁਰਮਤਿ ਵਿੱਚ ਜਾਗ ਪੈਣ, ਇਹ ਨਿਤਰੋਹ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵੈਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੇ ਨੇਤਰ ਜਾਗ ਪੈਣ, ਜੇ ਕੰਨ ਪ੍ਰਭੂ ਦੀ ਵਡਿਆਈ ਨੂੰ ਸੁਣਨ ਵਾਸਤੇ ਜਾਗ ਪੈਣ, ਇਹ ਸਰਵਣੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਈ, ਸਾਚੈ ਸੁਣਨੈ ਨੋ ਪਠਾਈ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਈ। ਰਸਨਾ ਪ੍ਰਭੂ ਦੇ ਨਾਮ ਰਸ ਵਿੱਚ ਜਾਗ ਪਵੇ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਸਵਾਸਾਂ ਰੂਪ ਪੂੰਜੀ ਇਸ ਨੂੰ ਪਰਮਾਤਮਾ ਤੋਂ ਪ੍ਰਾਪਤ ਹੋਈ ਸੀ, ਗੁਣ ਮਿਲੇ ਸਨ, ਉਹ ਸਾਬਤ ਰਹਿ ਸਕਦਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹੈ। ਤਾਂ ਹੀ ਮਹਾਰਾਜ ਕਹਿੰਦੇ ਭਾਈ, ਇਸ ਸਰੀਰ ਦੇ ਅੰਦਰ ਜਿਹੜੀਆਂ ਕੀਮਤੀ ਵਸਤੂਆਂ ਪਈਆਂ ਨੇ ਨਾ, ਉਹ ਸਾਬਤ ਰਹਿ ਸਕਦੀਆਂ ਨੇ। ਇਹ ਜਿਹੜਾ ਆਲਸ ਆਇਆ ਹੋਇਆ ਨਾ ਸਾਡੇ ਇੰਦਰੀਆਂ ਦੇ ਤਾਈਂ, ਇਸ ਨੂੰ ਨਾਸ਼ ਕਰਨ ਵਾਲਾ ਪਰਮਾਤਮਾ ਹੈ। ਜਿਹੜੇ ਜੀਵਨ ਅੰਦਰ ਦੁੱਖ ਨੇ, ਜਿਨ੍ਹਾਂ ਕਰਕੇ ਮਨ ਜੜ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ, ਚਿੰਤਾ ਚਲਿਆ ਜਾਂਦਾ ਹੈ, ਉਹਨਾਂ ਦੁੱਖਾਂ ਦੇ ਪ੍ਰਭਾਵ ਨੂੰ ਵੀ ਵਾਹਿਗੁਰੂ ਕੱਟਣ ਵਾਲਾ ਹੈ। ਦੇਖੋ, ਦੁੱਖ ਸਰੀਰ ਤੇ ਆਉਂਦਾ ਹੈ। ਅਸੀਂ ਜਾਣਦੇ ਹਾਂ ਕੋਈ ਵੀ ਦੁੱਖ ਸਾਡੇ ਸਰੀਰ ਤੇ ਆ ਕੇ ਸਾਡੇ ਮਨ ਨੂੰ ਦੁਖੀ ਕਰਦਾ ਹੈ। ਪਰ ਜਿਹੜੇ ਗੁਰਮੁਖ ਨੇ, ਉਹ ਸ਼ਬਦ ਨਾਲ ਜੁੜ ਕੇ ਇਹ ਜਾਣ ਲੈਂਦੇ ਨੇ ਕਿ ਸਾਰੇ ਦੁੱਖਾਂ ਦਾ ਕਾਰਨ ਮੈਂ ਆਪ ਹੀ ਹਾਂ। ਖਸਮ ਵਿਸਾਰ ਕੀਏ ਰਸ ਭੋਗ, ਤਾ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੈ ਸਜਾਈ, ਮੇਰਾ ਮਨ ਪ੍ਰਮਾਤਮਾ ਤੋਂ ਭੁੱਲਿਆ ਹੈ, ਇਸ ਕਰਕੇ ਦੁਖੀ ਹੈ, ਇਸ ਨੂੰ ਭਟਕਣਾ ਪ੍ਰਾਪਤ ਹੋਈ ਹੈ। ਤਾਂ ਗੁਰਮੁਖ ਆਪਣਾ ਮਨ ਪ੍ਰਮਾਤਮਾ ਨਾਲ ਜੋੜਦੇ ਨੇ, ਨਾਮ ਬਾਣੀ ਵਾਲਾ ਜੀਵਨ ਬਤੀਤ ਕਰਦੇ ਨੇ। ਉਹਨਾਂ ਦੇ ਜੀਵਨ ਅੰਦਰੋਂ ਜਿਹੜਾ ਇੰਦਰੀਆਂ ਦਾ ਆਲਸ ਹੈ ਉਹ ਵੀ ਦੂਰ ਹੋ ਜਾਂਦਾ। ਜਿਹੜਾ ਦੁੱਖਾਂ ਨੇ ਮਨ 'ਤੇ ਪ੍ਰਭਾਵ ਪਾਉਣਾ ਉਹ ਵੀ ਦੂਰ ਹੋ ਜਾਂਦਾ ਹੈ। ਫਿਰ ਉਹਨਾਂ ਦਾ ਮਨ ਮੰਨ ਜਾਂਦਾ ਹੈ ਕਿ ਅਸੀਂ ਆਪਣੇ ਕੀਤੇ ਕਰਮਾਂ ਕਰਕੇ ਦੁਖੀ। ਬ੍ਰਹਮ ਗਿਆਨੀ ਮਹਾਂਪੁਰਖ ਭਾਈ ਭਗਤੂ ਜੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਜਨਮ ਹੋਇਆ। ਬੜਾ ਸਿੱਖੀ ਦਾ ਪ੍ਰਚਾਰ ਕੀਤਾ, ਸੇਵਾ ਕੀਤੀ, ਨਾਮ ਬਾਣੀ ਦੇ ਰਸੀਏ ਮਹਾਂਪੁਰਖ। ਭੁੱਚੋ ਬਠਿੰਡੇ ਦੇ ਇਲਾਕੇ ਵਿੱਚ ਬਰਾੜਾਂ ਦੇ ਸਰਦਾਰ ਸਨ। ਪਰ ਜਦੋਂ ਸਾਧ ਸੰਗਤ ਸਰੀਰ ਛੱਡਣ ਲੱਗੇ, ਦਸਤ ਲੱਗ ਗਈ।
ਦਸਤ ਲੱਗ ਗਈ ਤੇ ਉਸ ਸਮੇਂ ਸੇਵਕਾਂ ਨੇ ਆ ਕੇ ਬੇਨਤੀ ਕੀਤੀ, ਮਹਾਂਪੁਰਖੋ ਇਹ ਕੀ ਕਾਰਨ, ਇੰਨੀ ਬੰਦਗੀ ਵੀ ਕਰਦੇ ਹੋ, ਸਤਿਗੁਰਾਂ ਨੂੰ ਇੰਨੇ ਪਿਆਰੇ ਹੋ, ਪਰ ਫਿਰ ਵੀ ਇਹ ਸਰੀਰ ਤੇ ਦੁੱਖ ਹੈ। ਭਾਈ ਭਗਤੂ ਜੀ ਕਹਿਣ ਲੱਗੇ, ਨਹੀਂ, ਮੈਨੂੰ ਇਸ ਦੁੱਖ ਦੀ ਕੋਈ ਚਿੰਤਾ ਨਹੀਂ, ਨਾ ਹੀ ਇਸ ਦੁੱਖ ਕਰਕੇ ਕੋਈ ਅੰਦਰ ਦੁੱਖ ਹੈ। ਤੇ ਫਿਰ ਕਹਿਣ ਲੱਗੇ, ਇਹ ਦੁੱਖ ਦਾ ਕੀ ਕਾਰਨ? ਕਹਿੰਦੇ ਜਿਹੜੇ ਬਰਾੜ ਹਨ ਉਹ ਦੂਜੇ ਲੋਕਾਂ ਦੇ ਘਰਾਂ ਵਿੱਚੋਂ ਕਟਰੂ ਮੱਝਾਂ ਖੋਲ ਲਿਆਉਂਦੇ ਨੇ, ਗਾਵਾਂ ਖੋਲ ਲਿਆਉਂਦੇ ਨੇ, ਤੇ ਫਿਰ ਉਹਨਾਂ ਮੱਝਾਂ ਗਾਵਾਂ ਦੁੱਧ ਸਾਨੂੰ ਪਿਆਉਂਦੇ ਨੇ, ਪਿੱਛੇ ਉਹਨਾਂ ਦੇ ਜਿਹੜੇ ਕਟਰੂ ਬੱਚੇ ਹੁੰਦੇ ਨੇ ਉਹ ਰਹਿੰਦੇ ਰਹਿੰਦੇ ਨੇ, ਦੁਖੀ ਹੁੰਦੇ ਨੇ। ਇਸ ਤਰ੍ਹਾਂ ਉਹਨਾਂ ਪਸ਼ੂਆਂ ਦਾ ਦੁੱਧ ਪੀਣ ਕਰਕੇ ਸਾਨੂੰ ਵੀ ਜੋ ਆਪਣੇ ਕਰਮਾਂ ਦਾ ਲੇਖਾ ਹੈ ਦੇਣਾ ਪੈਣਾ ਹੈ, ਪਰ ਅਸੀਂ ਇੱਥੇ ਹੀ ਸਾਰਾ ਹਿਸਾਬ ਕਰਕੇ ਜਾਣਾ ਹੈ। ਤੇ ਬਚਨ ਕੀਤਾ ਕਿ ਹੁਣ ਅਸੀਂ ਤੀਜੇ ਦਿਨ ਸਰੀਰ ਛੱਡ ਦੇਣਾ ਹੈ। ਤਾਂ ਉਸ ਸਮੇਂ ਸਾਧ ਸੰਗਤ ਆਪਣੇ ਬਚਨ ਅਨੁਸਾਰ ਭਾਈ ਭਗਤੂ ਜੀ ਨੇ ਤੀਸਰੇ ਦਿਨ ਸਰੀਰ ਛੱਡ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ, ਗੁਰਮੁਖਾਂ ਦੇ ਮਨਾਂ ਤੇ ਦੁੱਖ ਦਾ ਕੋਈ ਅਸਰ ਨਹੀਂ ਹੁੰਦਾ, ਸਰੀਰ ਤੇ ਦੁੱਖ ਜ਼ਰੂਰ ਹੁੰਦਾ। ਸਭ ਆਲਸ ਦੁਖ ਭੰਜ ਪ੍ਰਭ ਪਾਇਆ। ਉਹਨਾਂ ਨੇ ਸਾਰੇ ਆਲਸਾਂ ਨੂੰ, ਦਲਿੱਦਰਾਂ ਨੂੰ, ਸਾਰੇ ਦੁੱਖਾਂ ਨੂੰ ਭੰਜ ਨਾਸ ਕਰਨ ਵਾਲਾ ਪ੍ਰਭੂ ਪਰਮਾਤਮਾ ਉਸ ਦੀ ਪ੍ਰਾਪਤੀ ਕੀਤੀ ਹੈ। ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ। ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਨੇ, ਭਾਈ ਗੁਰਮਤਿ ਧਾਰਨ ਕਰਕੇ ਗੁਰੂ ਵਾਲੇ ਬਣ ਕੇ ਪ੍ਰਭੂ ਪਰਮਾਤਮਾ ਦੇ ਗੁਣ ਗਾਉਣਾ ਕਰੋ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਜਿਹੜੇ ਮਨਮੁਖ ਜੀਵ ਨੇ ਦੁਬਾਰਾ ਦੁਬਾਰਾ ਹਉਮੈ ਦੇ ਵਿੱਚ ਪੈ ਕਰਕੇ ਮਰਦੇ ਨੇ, ਇੱਕ ਵਾਰ ਮਰਨਾ ਨਹੀਂ ਹੁੰਦਾ ਉਹਨਾਂ ਦਾ। ਕਿਉਂ? ਮਨ ਦੇ ਪਿੱਛੇ ਚੱਲਦੇ ਨੇ ਤੇ ਹਉਮੈ ਕਰਦੇ ਹਨ। ਇੱਕ ਵਾਰ ਜਨਮ ਭੋਗ ਕੇ ਚਲੇ ਗਏ, ਦੂਜੀ ਵਾਰ ਫਿਰ ਉਹਨਾਂ ਨੂੰ ਜਨਮ ਮਿਲਦਾ, ਫਿਰ ਭੋਗ ਕੇ ਚਲੇ ਗਏ, ਫਿਰ ਇਸ ਤਰ੍ਹਾਂ ਵਾਰ-ਵਾਰ ਜਨਮਾਂ ਦੇ ਅੰਦਰ ਉਹਨਾਂ ਨੂੰ ਦੁੱਖ ਦਿੱਤੇ ਜਾਂਦੇ ਹਨ। ਮਰ ਕਹਿੰਦੇ ਭਾਈ ਹਉਮੈ ਦੇ ਵਿੱਚ ਮਰ ਮਰ ਕੇ ਉਹ ਦੁਨੀਆ ਤੋਂ ਜਾਂਦੇ ਹਨ। ਉਹਨਾਂ ਨੂੰ ਕਾਲ ਰੂਪ ਦੈਂਤ ਨੇ ਮਾਰਨਾ ਕੀਤਾ ਤੇ ਉਹ ਮਨਮੁਖ ਜੀਵ ਅੰਤ ਨੂੰ ਜਮਪੁਰ, ਜਮਾਂ ਦੀ ਪੁਰੀ ਕਿਹੜੀ ਹੈ? ਪਰਲੋਕ, ਧਰਮ ਰਾਜੇ ਦੀ ਕਚਹਿਰੀ, ਉੱਥੇ ਜਾਂਦੇ ਹਨ। ਕਾਲ ਦੈਂਤ ਸੰਘਾਰੇ। ਉਹਨਾਂ ਦੈਂਤਾਂ ਦੇ ਤਾਈਂ ਜਿਹੜੇ ਪਰਮਾਤਮਾ ਤੋਂ ਭੁੱਲੇ ਹੋਏ ਨੇ ਮਨਮੁਖ ਜੀਵ ਔਰ ਖਰਾਬੀਆਂ ਕਰਦੇ ਹਨ ਸੰਸਾਰ ਦੇ ਅੰਦਰ, ਉਹਨਾਂ ਨੂੰ ਕਾਲ ਨੇ, ਮੌਤ ਨੇ ਮਾਰ ਦੇਣਾ ਕੀਤਾ। ਅੰਤ ਨੂੰ ਉਹ ਪਰਮਾਤਮਾ ਤੋਂ ਭੁੱਲੇ ਹੋਏ ਜਮ ਦੇ ਰਸਤੇ ਜਾਂਦੇ। ਫਿਰ ਉੱਥੇ ਕੀ ਹੁੰਦਾ? ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਸਤਿਗੁਰੂ ਮਹਾਰਾਜ ਕਹਿੰਦੇ, ਦੁਨੀਆ ਵਿੱਚ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਔਰ ਜਦੋਂ ਸੰਸਾਰ ਤੋਂ ਚਲਾਇਆ ਜਾਂਦਾ ਹੈ, ਗਲ ਵਿੱਚ ਸੰਗਲ ਪਾਏ ਜਾਂਦੇ ਨੇ ਔਰ ਅੱਗੇ ਜਾ ਕੇ ਉਹਦੇ ਕੀਤੇ ਹੋਏ ਕਰਮਾਂ ਦਾ ਹਿਸਾਬ ਹੁੰਦਾ ਹੈ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਹੁਣ ਜਿੱਥੇ ਮਹਾਰਾਜ ਕਹਿੰਦੇ ਪਰਲੋਕ ਦੇ ਵਿੱਚ, ਉੱਥੇ ਕਿਸੇ ਦੀ ਪੁਕਾਰ ਨਹੀਂ ਸੁਣੀ ਜਾਂਦੀ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ਼। ਉੱਥੇ ਕੋਈ ਗਵਾਹੀ ਨਹੀਂ ਭਰਦਾ,
ਜਦੋਂ ਜੀਵ ਸੰਸਾਰ ਤੋਂ ਅੱਗੇ ਜਾਂਦਾ ਹੈ ਨਾ, ਜੇ ਤਾਂ ਗੁਰੂ ਸਿਰ 'ਤੇ ਹੋਵੇ ਤਾਂ ਸਾਧ ਸੰਗਤ ਗਵਾਹੀ ਭਰ ਕੇ ਛੁਡਾ ਲੈਂਦਾ ਹੈ। ਪਰ ਜਿਹੜੇ ਮਨਮੁਖ ਜੀਵ ਨੇ ਉਹਨਾਂ ਦਾ ਕੋਈ ਵਿਚੋਲਾ ਨਹੀਂ ਬਣਦਾ, ਗੁਰੂ ਤੋਂ ਬਿਨਾਂ ਕੋਈ ਵਿਚੋਲਗੀ ਕਰਦਾ ਨਹੀਂ। ਮਹਾਰਾਜ ਕਹਿੰਦੇ ਵਿੱਚ ਨਾ ਕੋਈ ਕਰ ਸਕੈ, ਉੱਥੇ ਕੋਈ ਵਿਚੋਲਗੀ ਥੋੜ੍ਹੀ ਕਰਦਾ। ਫਿਰ ਕਿਸ ਥੈ ਰੋਵਹਿ ਰੋਜ਼, ਕਿਹਦੇ ਕੋਲ ਜਾ ਕੇ ਉਹ ਰੋਜ਼ਾਨਾ ਫਿਰ ਰੋਣਾ ਕਰੇਗਾ ਕਿ ਮੈਨੂੰ ਛੁਡਾ ਲਓ ਇਹਨਾਂ ਤੋਂ। ਫਿਰ ਉੱਥੇ ਕੋਈ ਮਦਦਕਾਰ ਨਹੀਂ ਹੈ, ਸਹਾਇਤਾ ਕਰਨ ਵਾਲਾ ਨਹੀਂ। ਕੀਤਾ ਕਿਛੁ ਨਾ ਹੋਵਈ ਲਿਖਿਆ ਧੁਰ ਸੰਜੋਗ, ਜੋ ਪਰਮਾਤਮਾ ਨੇ ਧੁਰੋਂ ਹੀ ਲਿਖ ਦਿੱਤਾ ਮਨਮੁੱਖਾਂ ਦੇ ਮੱਥੇ 'ਤੇ, ਉਹਨਾਂ ਦੇ ਬਾਬਤ ਕੀ ਹੋ ਸਕਦਾ? ਉਹ ਤਾਂ ਭੁੱਲੇ ਹੀ ਹੋਏ ਨੇ ਨਾ। ਇਸ ਤਰ੍ਹਾਂ ਕਾਲ ਦੈਤ ਸੰਘਾਰੇ ਜਮਪੁਰ ਗਈ, ਉਹਨਾਂ ਦੇ ਤਾਈਂ ਦੈਤ ਰੂਪ ਕਾਲ ਨੇ ਮਾਰ ਕਰਕੇ ਜਮਪੁਰੀ ਰਜਾਣਾ ਕੀਤਾ। ਗੁਰਮੁਖ ਹਰਿ 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 ਲਿਵ ਲਾਗੇ, ਜਿਹੜੇ ਗੁਰਮੁਖ ਹਨ ਉਹ ਹਰੀ ਪਰਮਾਤਮਾ ਦੇ ਹਰੇ ਹਰ ਹਰ ਸਿਮਰਨ ਵਿੱਚ ਉਹਨਾਂ ਦੀ ਲਿਵ ਜੁੜੀ ਹੋਈ ਹੈ, ਲੱਗੀ ਹੋਈ ਹੈ। ਉਹ ਹਰ ਸਮੇਂ ਪਰਮਾਤਮਾ ਦੀ ਬੰਦਗੀ ਕਰਦੇ ਨੇ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਹਨਾਂ ਨੇ ਆਪਣੇ ਜੀਵਨ ਅੰਦਰ ਨਾਮ ਦਾ ਆਸਰਾ ਬਣਾਉਣਾ ਕੀਤਾ ਹੈ। ਬੰਦਗੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਕੀਤਾ ਹੈ। ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰ ਜੋ ਪਰਮਾਤਮਾ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਉਸ ਹਰੀ ਦੀ ਲਿਵ ਦੇ ਵਿੱਚ ਗੁਰਮੁਖ ਲੱਗੇ ਹੋਏ ਹਨ। ਜਿੱਥੇ ਮਹਾਰਾਜ ਕਹਿੰਦੇ ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸੇ ਜਨ ਜਾਗੇ ਜਿਨ ਨਾਮ ਪਿਆਰ। ਜਿਹੜੇ ਮਨਮੁਖ ਜੀਵ ਨੇ ਉਹ ਮਾਇਆ ਦੇ ਮੋਹ ਦੇ ਵਿੱਚ ਪੈ ਕਰਕੇ ਸੁੱਤੇ ਪਏ। ਇੱਕ ਸੌਣਾ ਹੁੰਦਾ, ਇੱਕ ਜਾਗਣਾ। ਜਦੋਂ ਮਨੁੱਖ ਸੌਂ ਜਾਂਦਾ ਉਹਨੂੰ ਕੁਝ ਚੇਤੇ ਨਹੀਂ ਰਹਿੰਦਾ, ਇੱਕ ਥਾਂ 'ਤੇ ਪਿਆ ਹੈ, ਸੁਪਨੇ ਉਸ ਨੂੰ ਆਉਂਦੇ ਨੇ। ਇਸ ਤਰ੍ਹਾਂ ਮਨਮੁਖ ਜੀਵ ਸੰਸਾਰ ਦੇ ਵਿੱਚ ਮਨ ਕਰਕੇ ਸੁੱਤਾ ਪਿਆ ਹੈ। ਮਾਇਆ ਦਾ ਮੋਹ ਉਹਦੇ ਅੰਦਰ ਹੈ ਅਤੇ ਦਿਨ ਰਾਤ ਮਾਇਆ ਦੇ ਮੋਹ ਵਿੱਚ ਲੱਗ ਕਰਕੇ ਮੇਰੀ ਮੇਰੀ ਕਰਦਿਆਂ ਜੀਵਨ ਬਤੀਤ ਕਰਦਾ। ਜਿਹੜੇ ਗੁਰਮੁਖ ਹਨ ਉਹ ਜਾਗੇ ਨੇ ਗੁਣ ਗਿਆਨ ਵਿਚਾਰ, ਪਰਮਾਤਮਾ ਦੇ ਗੁਣ ਗਾਉਂਦਿਆਂ ਹੋਇਆਂ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦਿਆਂ, ਗਿਆਨ ਨੂੰ ਹਿਰਦੇ 'ਚ ਵਿਚਾਰ ਕੇ ਉਹ ਜਾਗਦੇ ਨੇ। ਜਿੱਥੇ ਮਹਾਰਾਜ ਕਹਿੰਦੇ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ, ਸੋ ਕਿਉ ਬਿਸਰੈ ਜੇ ਵਿਖਤੇ ਕਾਢੈ, ਜਨਮ ਜਨਮ ਕਾ ਟੂਟਾ ਕੱਢੈ। ਗੁਰ ਪੂਰੈ ਤਤ ਇਹ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਇਹ ਪੂਰੇ ਸਤਿਗੁਰਾਂ ਨੇ ਸਾਨੂੰ ਤੱਤ ਦਿੱਤਾ ਹੈ, ਤੱਤ ਸਿਧਾਂਤ, ਕਿ ਉਹ ਪਰਮਾਤਮਾ ਤੈਨੂੰ ਕਿਉਂ ਭੁੱਲੇ ਜਿਹਨੇ ਤੈਨੂੰ ਸਭ ਕੁਝ ਹੀ ਦਿੱਤਾ ਹੋਇਆ ਸੰਸਾਰ ਵਿੱਚ। ਆਪਣੇ ਹੱਥ ਵਿੱਚ ਕੁਝ ਵੀ ਨਹੀਂ। ਮਨੁੱਖ ਕਹਿੰਦਾ ਹੈ ਕਿ ਮੇਰੇ ਹੱਥ ਵਿੱਚ ਬਹੁਤ ਕੁਝ ਹੈ। ਇੱਥੇ ਸੰਸਾਰ ਵਿੱਚ ਦੇਖਦੇ ਹਾਂ ਸਦਾ ਰਹਿਣ ਵਾਸਤੇ ਬੜੇ ਬੜੇ ਮਹਿਲ ਉਸਾਰੇ ਗਏ। ਕਦੇ ਆਗਰੇ ਜਾਓ, ਇੱਥੇ ਇੱਕ ਤਾਜ ਮਹਿਲ ਬਣਿਆ ਹੋਇਆ ਜਿਸ ਨੂੰ ਸ਼ਾਹਜਹਾਨ ਨੇ ਬਣਾਇਆ ਸੀ, ਅਤੇ ਇੱਥੇ ਇੱਕ ਜਹਾਂਗੀਰੀ ਕਿਲ੍ਹਾ ਹੈ ਜਿੱਥੇ ਅਰਬਾਂ ਖਰਬਾਂ ਉਸ ਸਮੇਂ ਦਾ ਕਰੋੜਾਂ ਦਾ ਪੈਸਾ ਲੱਗਿਆ। ਬੜੀ ਮਿਹਨਤ ਕੀਤੀ ਗਈ, ਸੋਨੇ ਉਹਨਾਂ ਕੰਧਾਂ ਵਿੱਚ ਲਾਇਆ ਗਿਆ। ਪਰ ਮਹਾਰਾਜ ਕਹਿੰਦੇ ਦੇਖੋ ਬੰਦਾ ਬੜੇ ਯਤਨ ਕਰਦਾ ਸੰਸਾਰ ਵਿੱਚ ਰਹਿਣ ਲਈ,
ਪਰ ਉਹ ਚਲਿਆ ਜਾਂਦਾ ਹੈ, ਫਿਰ ਇੱਥੇ ਸਦਾ ਰਿਹਾ ਨਹੀਂ ਜਾਂਦਾ। ਜਿਹੜੇ ਗੁਰਮੁਖ ਨੇ ਉਹ ਪਹਿਲਾਂ ਹੀ ਸੁਚੇਤ ਹੋ ਜਾਂਦੇ ਨੇ, ਭੁੱਲਦੇ ਨਹੀਂ ਪਰਮਾਤਮਾ ਨੂੰ। ਉਹ ਹਰ ਸਮੇਂ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਲ ਜੋੜ ਕੇ ਰੱਖਦੇ। ਹੁਣ ਦੇਖੋ, ਇੱਕ ਤਾਂ ਦਿਸਦਾ ਹੈ, ਇੱਕ ਅਣਦਿਸਦਾ ਹੈ। ਪਰਮਾਤਮਾ ਸਾਨੂੰ ਦਿਸਦਾ ਨਹੀਂ, ਪਰ ਜੇ ਅਸੀਂ ਗੁਰੂ ਨਾਲ ਜੁੜਾਂਗੇ ਤਾਂ ਸਾਨੂੰ ਪਰਮਾਤਮਾ ਦਿਸ ਜਾਵੇਗਾ। ਸਾਡਾ ਮਨ ਉੱਚਾ ਹੋ ਜਾਵੇਗਾ ਤੇ ਸੰਸਾਰ ਸਾਨੂੰ ਦਿਸਦਾ ਹੈ, ਸਾਹਮਣੇ ਦਿਸ ਰਿਹਾ, ਪਰ ਇੱਥੇ ਅਸੀਂ ਕਹਿ ਨਹੀਂ ਸਕਦੇ ਵੀ ਪਰਮਾਤਮਾ ਹੈ ਨਹੀਂ। ਮਨਮੁਖ ਜੀਵ ਕਹਿ ਦਿੰਦੇ ਨੇ, ਕਿਉਂਕਿ ਉਹ ਕੇਵਲ ਦਿਸਦੇ ਤੱਕ ਆਪਣੀ ਦ੍ਰਿਸ਼ਟੀ ਰੱਖਦੇ ਨੇ। ਹੁਣ ਦੇਖੀਏ, ਸੰਸਾਰ ਵਿੱਚ ਜਿਹੜੀ ਚੀਜ਼ ਨਹੀਂ ਦਿਸਦੀ, ਉਹ ਇਹ ਨਹੀਂ ਮੰਨਿਆ ਜਾ ਸਕਦਾ ਵੀ ਹੈ ਨਹੀਂ। ਇੱਕ ਦਰਖਤ ਹੁੰਦਾ ਹੈ, ਉਹਦੀਆਂ ਜੜ੍ਹਾਂ ਧਰਤੀ ਵਿੱਚ ਹੁੰਦੀਆਂ ਨੇ। ਜਿੰਨੀਆਂ ਡੂੰਘੀਆਂ ਜੜ੍ਹਾਂ ਧਰਤੀ ਵਿੱਚ ਹੋਣਗੀਆਂ, ਓਨਾ ਹੀ ਉਹਦਾ ਉੱਪਰ ਵਿਸਥਾਰ ਹੁੰਦਾ ਹੈ। ਬੋਹੜ ਦਾ ਦਰਖਤ ਦੇਖੋ, ਕਈ ਕਿੱਲਿਆਂ ਤੱਕ ਉਹਦੀਆਂ ਜੜ੍ਹਾਂ ਹੁੰਦੀਆਂ ਨੇ ਤੇ ਵਿਸਥਾਰ ਉਹਦਾ ਕਿੰਨਾ ਵੱਡਾ ਹੁੰਦਾ ਹੈ। ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਹੇਠਾਂ ਜੜ੍ਹਾਂ ਨਹੀਂ ਹਨ। ਜੜ੍ਹਾਂ ਦਿਸਦੀਆਂ ਨਹੀਂ, ਧਰਤੀ ਵਿੱਚ ਲੁਕੀਆਂ ਹੋਈਆਂ ਨੇ, ਪਰ ਉਹਨਾਂ ਕਰਕੇ ਹੀ ਉਹ ਉੱਪਰ ਖੜਾ ਹੈ, ਦਰਖਤ ਬਣਿਆ ਹੋਇਆ। ਇਸ ਤਰ੍ਹਾਂ ਹੀ ਜਿਹੜਾ ਸੰਸਾਰ ਹੈ, ਇਹ ਅਣਦਿਸਦੇ ਦੇ ਆਸਰੇ ਖੜਾ ਹੈ, ਅਣਦਿਸਦੇ। ਹੁਣ ਕੱਲ੍ਹ ਹਨੇਰੀ ਚੱਲੀ ਹੈ ਕਿੰਨੀ ਦੇਖੋ, ਤੇ ਹੁਣ ਬਿਲਕੁਲ ਸ਼ਾਂਤੀ ਹੈ। ਤੇ ਉਹ ਕਿਹੜਾ ਕਿਸੇ ਨੇ ਕਿਤੇ ਕੂਲਰ ਫਿੱਟ ਕੀਤੇ ਹੋਏ ਨੇ। ਅਸੀਂ ਅੱਜ ਤੱਕ ਦੇਖਿਆ ਵੀ ਕਿੱਥੋਂ ਚੱਲਦੀ ਹੈ, ਕਿੱਧਰੋਂ ਬੱਦਲ ਚੜ੍ਹੇ ਆਉਂਦੇ ਨੇ, ਕਾਲੀਆਂ ਘਟਾਂ ਬਣਦੀਆਂ, ਪਾਣੀ ਕਿੱਥੋਂ ਆ ਕੇ ਡਿੱਗਦਾ। ਔਰ ਇੰਨਾ ਪਾਣੀ ਵੀ ਜੇ 2-4 ਦਿਨ ਲਗਾਤਾਰ ਬਾਰਿਸ਼ ਹੋ ਜਾਵੇ ਤਾਂ ਸਾਂਭਿਆ ਨਹੀਂ ਜਾਂਦਾ। ਅਸੀਂ ਦੇਖਦੇ ਹਾਂ ਨਾ, ਜੇ ਇੱਕ ਦਿਨ ਲਗਾਤਾਰ ਬਾਰਿਸ਼ ਹੋ ਜਾਵੇ ਤਾਂ ਪਿੰਡ ਦੀਆਂ ਗਲੀਆਂ ਵਿੱਚ ਖੜਾ ਰਹਿੰਦਾ ਹੈ ਪਾਣੀ, ਖੇਤ ਭਰ ਜਾਂਦੇ ਨੇ। ਤੇ ਉਹ ਕਿੱਥੇ ਬੰਨ੍ਹਿਆ ਹੋਇਆ ਹੈ? ਆਕਾਸ਼ ਦੇ ਵਿੱਚ। ਨਾ ਹੀ ਹੁਣ ਉਹ ਕਿਸੇ ਨੇ ਦੇਖਿਆ। ਅੱਜ ਬੜਾ ਸੰਸਾਰ ਅੱਗੇ ਚਲਿਆ ਗਿਆ, ਬੜੀਆਂ ਖਬਰਾਂ ਬਣਦੀਆਂ ਨੇ, ਪਰ ਉੱਥੇ ਤੱਕ ਕੋਈ ਪਹੁੰਚਿਆ ਹੀ ਨਹੀਂ, ਕਿਉਂਕਿ ਉਹ ਅਣਦਿਸਦਾ ਹੈ, ਉਸ ਪਰਮਾਤਮਾ ਦੇ ਹੁਕਮ ਵਿੱਚ ਹੈ। ਤੇ ਸਤਿਗੁਰੂ ਮਹਾਰਾਜ ਤਾਂ ਸਾਨੂੰ ਸਿੱਧਾ ਜਿਹਾ ਸਮਝਾਉਂਦੇ ਨੇ, ਜਿਸ ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ ਹੋਇਆ ਹੈ, ਉਸ ਕਿਉਂ ਭੁੱਲੇ ਭਾਈ ਤੈਨੂੰ, ਜਿਸ ਨੇ ਤੈਨੂੰ ਮਾਇਆ ਰੂਪ ਬਿਖ ਦੇ ਵਿੱਚੋਂ ਕੱਢਣਾ ਕੀਤਾ ਹੈ, ਜਿਸ ਪਰਮਾਤਮਾ ਨੇ ਤੈਨੂੰ ਮਾਤਾ ਦੇ ਗਰਭ ਵਿੱਚੋਂ ਕੱਢ ਕੇ ਜਨਮ ਦਿੱਤਾ ਹੈ, ਸੰਸਾਰ ਦੇ ਜੀਵਨ ਬਣਾਇਆ ਹੋਇਆ ਹੈ ਤੇਰਾ, ਸੋ ਉਹ ਪਰਮਾਤਮਾ ਕਦੇ ਨਾ ਭੁੱਲੇ। ਤੇ ਜਿਹੜੇ ਗੁਰਮੁਖ ਹਨ, ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਪਰਮਾਤਮਾ ਨਾਲ ਜੁੜੇ ਹੋਏ ਨੇ। ਗੁਰਮੁਖ ਜਾ ਕੇ ਗੁਣ ਗਿਆਨ ਵਿਚਾਰ, ਸੇ ਜਨ ਜਾਗੇ ਜਿਨ੍ਹਾਂ ਨਾਮ ਪਿਆਰ। ਉਹ ਜਾਗਦੇ ਨੇ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੈ। ਜਿਹੜੇ ਨਾਮ ਜਪਦੇ ਨੇ ਉਹੀ ਇਸ ਸੁੱਖ ਨੂੰ ਜਾਣਦੇ। ਹੁਣ ਅਸੀਂ ਹਨੇਰੇ 'ਚ ਬੈਠੇ ਹੋਈਏ ਤੇ ਦੀਵੇ ਦੀਆਂ ਗੱਲਾਂ ਕਰੀਏ ਵੀ ਦੀਵਾ ਹੁੰਦਾ ਹੈ, ਬੜਾ ਚਾਨਣ ਕਰਦਾ ਹੈ। ਦੀਵਾ ਇਸ ਤਰ੍ਹਾਂ ਜਗਾਇਆ ਜਾਂਦਾ ਹੈ, ਇਸ ਤਰ੍ਹਾਂ ਬਣਦਾ ਹੈ ਕਿ ਗੱਲਾਂ ਕਰਨ ਦੇ ਨਾਲ ਚਾਨਣ ਥੋੜ੍ਹੀ ਹੋ ਜਾਵੇ। ਜਿੰਨਾ ਸਮਾਂ ਦੀਵਾ ਜਗਾਵਾਂਗੇ ਨਹੀਂ, ਚਾਨਣ ਨਹੀਂ ਹੁੰਦਾ। ਕੋਈ ਮਨੁੱਖ ਖੰਡ ਦੀਆਂ ਗੱਲਾਂ ਕਰਨ ਲੱਗ ਜਾਏ ਵੀ ਖੰਡ ਮਿੱਠੀ ਹੁੰਦੀ ਹੈ, ਖੰਡ ਇੰਨੇ ਪਦਾਰਥਾਂ 'ਚ ਪੈਂਦੀ ਹੈ, ਇਸ ਤਰ੍ਹਾਂ ਬਣਦੀ ਹੈ, ਗੱਲਾਂ ਕਰਨ ਦੇ ਨਾਲ ਸਵਾਦ ਥੋੜ੍ਹੀ ਆ ਜਾਂਦਾ।
ਜਿੰਨਾ ਸਮਾਂ ਦੀਵਾ ਜਗੇ ਨਾ ਚਾਨਣ ਨਹੀਂ ਹੁੰਦਾ, ਜਿੰਨਾ ਸਮਾਂ ਖੰਡ ਖਾਧੀ ਨਾ ਜਾਵੇ ਉਹਨਾਂ ਸਮਾਂ ਰਸ ਨਹੀਂ ਬਣਦਾ। ਜਿੰਨਾ ਸਮਾਂ ਨਾਮ ਨਾ ਜਪਿਆ ਜਾਵੇ, ਬੰਦਗੀ ਨਾ ਕੀਤੀ ਜਾਵੇ, ਘਾਲ ਕਮਾਈ, ਉਹਨਾਂ ਸਮਾਂ ਸਾਧ ਸੰਗਤ ਮਨ ਨਹੀਂ ਜਾਗਦਾ। ਇੱਥੇ ਮਹਾਰਾਜ ਕਹਿੰਦੇ ਗੁਰਮੁਖ ਹਰ 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 ਲਿਵ ਲਾਗੇ। ਜਿਹੜੇ ਗੁਰਮੁਖ ਹਨ ਉਹ ਹਰੀ ਵਾਹਿਗੁਰੂ ਪਰਮਾਤਮਾ ਦੇ ਨਾਲ ਹਰ ਹਰ ਜਪ ਕਰਕੇ ਆਪਣੀ ਸੁਰਤ ਕਰਕੇ ਲੱਗੇ ਹੋਏ ਹਨ। ਜਨਮ ਮਰਨ ਦੁਖ ਭਾਗੇ। ਫਿਰ ਹੋਇਆ ਕਿ ਜਿਹੜਾ ਉਹਨਾਂ ਦਾ ਜਨਮ ਤੇ ਮਰਨ ਦਾ ਇਹ ਦੁੱਖ ਸੀ, ਇਹ ਭੱਜ ਗਿਆ। ਇੱਕ ਤਾਂ ਜਨਮ ਮਿਲਦਾ ਸੀ ਸੰਸਾਰ ਵਿੱਚ, ਇੱਕ ਮੌਤ ਆਉਂਦੀ ਸੀ। ਸੰਸਾਰ ਵਿੱਚ ਜੋ ਵੀ ਜੀਵ ਆਇਆ ਇਹ ਜਨਮ ਲੈ ਕੇ ਆਇਆ, ਜੋ ਵੀ ਸ਼ੈ ਪੈਦਾ ਹੋਈ ਹੈ ਔਰ ਉਸ ਦੇ ਸਿਰ ਤੇ ਕਾਲ ਖੜਾ ਹੈ, ਉਸਨੇ ਇੱਕ ਦਿਨ ਮਰ ਜਾਣਾ ਹੈ। ਕੋਈ ਵੀ ਚੀਜ਼ ਹੈ, ਬਨਸਪਤੀ ਹੈ, ਪੱਥਰ ਨੇ, ਘਰ ਨੇ, ਮਹਿਲ ਨੇ, ਮਾੜੀਆਂ ਨੇ, ਪਸ਼ੂ ਪੰਛੀ ਨੇ, ਮਨੁੱਖ ਨੇ। ਇਸ ਲਈ ਮਹਾਰਾਜ ਨੇ ਬਚਨ ਕੀਤੇ ਨੇ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਕੋਏ। ਟਿਕਿਆ ਰਹਿਣ ਵਾਲਾ ਪਰਮਾਤਮਾ ਹੀ ਇੱਕ ਹੈ, ਨਹੀਂ ਤਾਂ ਆ ਸੂਰਜ ਚੰਦਰਮਾ ਵੀ ਚਲੇ ਜਾ ਰਹੇ। ਦੇਖੋ ਰਾਤ ਸੀ ਚਲੀ ਗਈ, ਦਿਨ ਚੜ੍ਹ ਗਿਆ, ਦਿਨ ਨਹੀਂ ਟਿਕੇਗਾ, ਦਿਨ ਵੀ ਰਾਤ 'ਚ ਬਦਲ ਜਾਵੇ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਹਰ ਸ਼ੈ ਮਿਟ ਜਾਂਦੀ ਹੈ। ਜਿਹੜੀ ਜੀਵ ਆਤਮਾ ਹੈ ਉਹਦੇ ਕਰਮ ਬਣੇ ਹੋਏ ਨੇ, ਕਰਮਾਂ ਕਰਕੇ ਉਸ ਨੂੰ ਸੰਸਾਰ ਵਿੱਚ ਜਨਮ ਮਿਲਦਾ ਹੈ ਤੇ ਜਨਮ ਭੋ ਕੇ ਉਹ ਜੀਵ ਆਤਮਾ ਜਦੋਂ ਪਰਲੋਕ ਵਿੱਚ ਚਲਦੀ ਜਾਂਦੀ ਹੈ ਤਾਂ ਉੱਥੇ ਹੋਰ ਕਰਮ ਪਏ ਨੇ, ਜਿਸ ਕਰਕੇ ਉਸ ਨੂੰ ਫਿਰ ਸੰਸਾਰ ਵਿੱਚ ਆਉਣਾ ਪੈਂਦਾ ਹੈ। ਜਿਹੜੇ ਗੁਰਮੁਖ ਨੇ ਉਹਨਾਂ ਨੇ ਆਪਣੇ ਕਰਮ ਹੀ ਖਤਮ ਕਰ ਲਏ। ਗੁਰੂ ਸਾਨੂੰ ਕੀ ਕਹਿੰਦਾ ਹੈ ਵੀ ਤੂੰ ਆਪਣੇ ਕਰਮ ਸ਼ੁੱਧ ਕਰ। ਪਰਮਾਤਮਾ ਦੀ ਯਾਦ ਦੇ ਵਿੱਚ ਜੁੜ ਕੇ ਕਰਮ ਕਰੇਗਾ, ਕਰਮ ਸ਼ੁੱਧ ਹੋ ਜਾਣਗੇ, ਮੈਲ ਨਹੀਂ ਰਹੇਗੀ ਮਨ ਵਿੱਚ। ਜਦੋਂ ਮਨ ਸਿੱਧਾ ਹੋ ਗਿਆ, ਮਨ ਦੇ ਕਰਮ ਸਿੱਧੇ ਹੋ ਗਏ, ਗੁਰੂ ਨੇ ਬਖਸ਼ ਲਿਆ ਤੇ ਫਿਰ ਜਨਮ ਮਰਨ ਮਿਟ ਜਾਂਦਾ ਹੈ। ਇਹ ਜਿਹੜੇ ਦੋਹੇ ਦੁੱਖ ਨੇ ਨਾ, ਜਨਮ ਤੇ ਮਰਨ ਜੀਵ ਆਤਮਾ ਨੂੰ ਪਏ ਹੋਏ, ਇਹ ਦੋਹੇ ਗੁਰਮੁਖਾਂ ਦੇ ਭੱਜ ਗਏ ਹਨ। ਹਰੀ ਵਾਹਿਗੁਰੂ ਪਰਮਾਤਮਾ ਨੇ ਆਪਣੇ ਪਿਆਰੇ ਭਗਤ ਜਨਾਂ ਦੇ ਉੱਪਰ ਇਹ ਕਿਰਪਾ ਕਰਨਾ ਕੀਤੀ ਹੈ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਉਹਨਾਂ ਤੇ ਗੁਰੂ ਨਾਨਕ ਆਪ ਤਰੁੱਠਿਆ। ਗੁਰੂ ਸਾਹਿਬ ਆਪ ਕਿਰਪਾਲੂ ਹੋਏ ਨੇ ਤੇ ਉਹਨਾਂ ਨੂੰ ਬਨਵਾਰੀ ਕਹਿੰਦੇ ਨੇ। ਬਾਗ ਦਾ ਮਾਲੀ, ਬਾਗ ਦਾ ਮਾਲੀ ਕੌਣ ਹੈ? ਇਹ ਸੰਸਾਰ ਬਾਗ ਹੈ ਔਰ ਇਸ ਦਾ ਮਾਲੀ ਹੈ ਪਰਮਾਤਮਾ। ਇਸ ਸੰਸਾਰ ਰੂਪ ਬਾਗ ਦਾ ਮਾਲੀ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਮਿਲ ਗਿਆ ਹੈ, ਜਿਨ੍ਹਾਂ 'ਤੇ ਗੁਰੂ ਆਪ ਤਰੁੱਠਿਆ। ਇਹ ਸਾਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਕਿ ਭਾਈ ਗੁਰਮਤਿ ਧਾਰਨ ਕਰੋ, ਜੀਵਨ ਸਵਾਰੋ, ਨਾਮ ਬਾਣੀ ਨਾਲ ਜੁੜੋ। ਜਦੋਂ ਤੁਸੀਂ ਆਪਣੇ ਜੀਵਨ ਅੰਦਰ ਘਾਲ ਕਮਾਈ ਕਰੋਗੇ, ਪਰਮਾਤਮਾ ਖੁਸ਼ ਹੋ ਕੇ ਆਵੇਗਾ, ਗੁਰੂ ਮਿਲੇਗਾ। ਜਦੋਂ ਗੁਰੂ ਪ੍ਰਸੰਨ ਹੋ ਗਿਆ ਤੇ ਪਰਮਾਤਮਾ ਦਾ ਮੇਲ ਹੋ ਜਾਵੇਗਾ। ਸਤਿਗੁਰੂ ਸਾਹਿਬ ਸਾਰਿਆਂ 'ਤੇ ਕਿਰਪਾ ਕਰਨ। ਸਮਾਪਤੀ ਹੈ ਜੀ।